ਵਾਹਿਗੁਰੂ ਸਾਹਿਬ ਜੀਓ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਰਹਿਰਾਸ ਸਾਹਿਬ ਦੇ ਵਿੱਚ ਪਾਵਨ ਸ਼ਬਦ ਸਰਵਣ ਕਰ ਰਹੇ ਹਾਂ। ਹਰ ਰੋਜ਼ ਦੀ ਤਰ੍ਹਾਂ ਰਹਿਰਾਸ ਸ਼ਾਮ ਨੂੰ ਪੜ੍ਹੀ ਜਾਂਦੀ ਹੈ। ਸੋ ਸਤਿਗੁਰੂ ਮਹਾਰਾਜ ਪਹਿਲੇ ਪਾਤਸ਼ਾਹ ਨੇ ਰਹਿਰਾਸ ਦੀ ਬਖਸ਼ਿਸ਼ ਕੀਤੀ ਹੈ ਆਪਾਂ ਨੂੰ। ਸੋ ਇਸ ਤਰੀਕੇ ਨਾਲ ਬਾਬਾ ਦੀਪ ਸਿੰਘ ਜੀ ਨੇ ਰਹਿਰਾਸ ਸੰਪੂਰਨ ਰੂਪ ਵਿੱਚ ਲਿਖੀ ਅਤੇ ਅੱਗੇ ਸੰਗਤਾਂ ਵਿੱਚ ਪ੍ਰਚਲਿਤ ਹੋਈ। ਸੋ ਇਸ ਤਰ੍ਹਾਂ ਲੈ ਕਰਕੇ ਰਹਿਰਾਸ ਦੇ ਪਾਠ ਵਿੱਚ ਬੇਨਤੀਆਂ ਦੇ ਸ਼ਬਦ ਮਹਾਰਾਜ ਨੇ ਪਾਏ ਤੇ ਅਕਾਲ ਪੁਰਖ ਦੀ ਉਸਤਤ ਕੀਤੀ ਹੈ। ਰਾਗ ਆਸਾ। ਆਸਾ ਰਾਗ ਦੇ ਵਿੱਚ ਸੋਦਰ ਵੀ ਆਸਾ ਵਿੱਚ ਹੈ। ਆਸਾ ਦੀ ਵਾਰ ਸਵੇਰੇ ਗਾਇਆ ਜਾਂਦਾ ਸੋਦਰ ਭਾਵ ਆਸਾ ਰਾਗ ਸਵੇਰੇ ਪੜ੍ਹਿਆ ਜਾਂਦਾ ਜਪਜੀ ਸਾਹਿਬ ਦੇ ਵਿੱਚ। ਸ਼ਾਮ ਨੂੰ ਸੋਦਰ ਰਾਗ ਦੇ ਵਿੱਚ ਰਾਗੀ ਸਿੰਘ ਗਾਇਨ ਕਰਦੇ ਨੇ ਅਤੇ ਸਵੇਰੇ ਆਸਾ ਦੀ ਵਾਰ ਦੇ ਵਿੱਚ ਆਸਾ ਰਾਗ ਦਾ ਗਾਇਨ ਹੁੰਦਾ ਹੈ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਚਾਰਨ ਕਰਦੇ ਨੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਸੋ ਦਰ ਕਿ ਸੋ ਦਰ ਜੋ ਅਕਾਲ ਪੁਰਖ ਦਾ ਉਹ ਦਰ। ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਬਚਨ ਕੀਤਾ ਸੋ ਪੁਰਖ ਉਹ ਪੁਰਖ ਜੋ ਅਕਾਲ ਪੁਰਖ ਹੈ ਉਹ ਕੈਸਾ ਹੈ। ਸੋ ਇਸ ਤਰ੍ਹਾਂ ਇਹ ਸ਼ਬਦ 348 ਅੰਗ ਤੇ ਆਸਾ ਰਾਗ ਵਿੱਚ ਦੁਬਾਰਾ ਵੀ ਮਹਾਰਾਜ ਨੇ ਉਚਾਰਿਆ ਹੈ। ਪਹਿਲਾਂ ਰਹਿਰਾਸ ਦੇ ਵਿੱਚ 10 ਅੰਗ ਦੇ ਉੱਤੇ ਰਹਿਰਾਸ ਦੇ ਰੂਪ ਵਿੱਚ ਹੈ। ਇੱਥੇ ਉਚਾਰਨ ਕੀਤਾ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਅਤੇ ਆਸਾ ਰਾਗ ਦੇ ਵਿੱਚ ਆਸਾ ਮਹੱਲਾ ਚੌਥਾ ਹੀ ਇਕੱਲਾ ਲਿਖਿਆ ਹੈ। ਰਹਿਰਾਸ ਵਿੱਚ ਲਿਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਰ ਆਸਾ ਰਾਗ ਦੇ ਵਿੱਚ ਨਹੀਂ ਲਿਖਿਆ। ਰਹਿਰਾਸ ਵਿੱਚ ਲਿਖਿਆ ਤੂੰ ਘਟ ਘਟ ਅੰਤਰ। ਤੂੰ ਮੁਕਤਾ ਹੈ ਭਾਵ ਟਿੱਪੀ ਤੋਂ ਬਿਨਾਂ ਬਲੈਂਕੜੇ ਲੱਗੇ ਹੋਏ ਨੇ। ਇੱਥੇ ਹੈ ਤੂੰ ਰਾਗ ਦੇ ਵਿੱਚ ਉੱਤੇ ਟਿੱਪੀ ਲਾ ਕੇ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਇਹ ਰਹਿਰਾਸ ਵਿੱਚ ਆਉਂਦਾ। ਆਸਾ ਰਾਗ ਵਿੱਚ ਆਉਂਦਾ ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ। ਉੱਥੇ ਪਾਠ ਅੰਤਰ ਹੈ ਕਿਉਂਕਿ ਸਹਿਜ ਪਾਠ ਅਖੰਡ ਪਾਠ ਕਰਨ ਵੇਲੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਜੀਓ ਲਿਖਿਆ ਹੋਇਆ ਇੱਥੇ। 3 ਟੂਟੀ ਜਮ ਕੀ ਫਾਸੀ ਰਹਿਰਾਸ ਵਿੱਚ ਆਉਂਦਾ ਤੱਤੇ ਨਾਲ ਟੂਟੀ। ਜਦੋਂ ਰਾਗ ਆਸਾ ਵਿੱਚ ਇਹ ਸ਼ਬਦ ਪੜ੍ਹਨਾ ਉੱਥੇ ਆਵੇਗਾ 3 ਟੂਟੀ ਜਮ ਕੀ ਫਾਸੀ। ਉੱਥੇ ਟੈਂਕੇ ਨਾਲ ਹੈ ਇੱਥੇ ਤੱਤੇ ਨਾਲ ਹੈ। ਰਹਿਰਾਸ ਵਿੱਚ ਪਾਠ ਹੈ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਇਸੇ ਤਰ੍ਹਾਂ ਆਸਾ ਰਾਗ ਵਿੱਚ ਆਉਣਾ ਹੈ ਜਿਨ ਨਿਰਭਉ ਜਿਨ ਫਿਰ ਹਲੰਤ ਹੈ ਥੱਲੇ ਨੰਨੇ ਦੇ। ਪਹਿਲਾਂ ਵੀ ਉੱਪਰ ਹਲੰਤ ਆਈ ਧਿਆਨ ਰੱਖਣਾ। ਨੰਨੇ ਦੇ ਥੱਲੇ ਛੋਟਾ ਜਿਹਾ ਇਸ਼ਾਰਾ ਕੀਤਾ ਭਾਰਾ ਬੋਲਣ ਲਈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਓ। ਫਿਰ ਅੱਗੇ ਰਹਿਰਾਸ ਵਿੱਚ ਲਿਖਿਆ ਜਿਨ ਸੇਵਿਆ ਮੇਰਾ ਹਰ ਜੀ। ਹੁਣ ਇਸੇ ਤਰ੍ਹਾਂ ਹੀ ਆਸਾ ਰਾਗ ਵਿੱਚ ਲਿਖਿਆ ਜਿਨ ਸੇਵਿਆ ਮੇਰਾ ਹਰ ਜੀਓ। ਦੋਨਾਂ ਨੰਨਿਆਂ ਥੱਲੇ ਹਲੰਤ। ਸੇ ਧਨ ਜਿਨ ਹਰ ਧਿਆਇਆ ਜੀ ਰਹਿਰਾਸ ਵਿੱਚ ਹੈ ਅਤੇ ਆਸਾ ਰਾਗ ਦੇ ਵਿੱਚ ਹੈ ਸੇ ਧਨ ਜਿਨ ਹਰ ਧਿਆਇਆ ਜੀਓ। ਜੀਓ ਅੱਖਰ ਪਾਇਆ
4 ਵਾਰੀ ਜੀਉ ਆਇਆ। ਭਰੇ ਬੇਅੰਤ ਬੇਅੰਤਾ, ਬੱਬੇ ਸਿਹਾਰੀ ਲਾ ਕੇ ਬੇਅੰਤ, ਅਗਲੇ ਬੱਬੇ ਨੂੰ ਲਾ ਕੇ ਬੇਅੰਤਾ। ਅਤੇ ਆਸਾ ਰਾਗ ਵਿੱਚ ਜਦੋਂ ਸ਼ਬਦ ਉਚਾਰਿਆ ਮਹਾਰਾਜ ਨੇ ਤਾਂ ਭਰੇ ਬੇਅੰਤਾ ਬੇਅੰਤਾ, ਬੇਅੰਤ ਬੇਅੰਤਾ, ਦੋਵੇਂ ਲਾਵਾਂ ਲਾਈਆਂ ਇੱਕ ਇੱਕ, ਭਰੇ ਬੇਅੰਤ ਬੇਅੰਤਾ। ਇਸ ਤਰ੍ਹਾਂ ਇਹਨਾਂ ਪਾਠਾਂ ਦਾ ਪਾਠ ਕਰਦਿਆਂ ਹੋਇਆਂ ਸਹਿਜ ਪਾਠ ਵੇਲੇ ਧਿਆਨ ਰੱਖਣਾ ਹੈ। ਸੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪੱਪੇ ਦੇ ਰਹਿਤ ਪੈਰ ਵਿੱਚ ਰਾਰਾ ਹੋਣ ਕਰਕੇ ਪ੍ਰਸਾਦ, ਵੈਸੇ ਇਸ ਤਰ੍ਹਾਂ ਬਣਦਾ। ਜੇ ਕਹੀਏ ਪ੍ਰਸਾਦ ਫਿਰ ਹੁੰਦਾ ਪਰਾਇਆ ਸਵਾਦ। ਪੱਪੇ ਦਾ ਰਾਰਾ ਪੂਰਾ ਬੋਲ ਕੇ ਜੇ ਦੇਸੀ ਜੀ ਬੋਲੀ ਬੋਲੀਏ ਪ੍ਰਸਾਦ। ਇੱਕ ਹੁੰਦਾ ਪ੍ਰਸ਼ਾਦ, ਉਹ ਹੁੰਦਾ ਛਕਣ ਵਾਲਾ। ਇਹ ਹੈ ਕਿਰਪਾ ਪ੍ਰਸਾਦ, ਤੱਦੇ ਸਿਹਾਰੀ ਵੀ ਹੈ। ਓੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ। ਚੌਥੇ ਪਾਤਸ਼ਾਹ ਮਹਾਰਾਜ ਦਾ ਸ਼ਬਦ ਹੈ ਇਹ। ਸੋ ਪੁਰਖ ਜੋ ਹੈ ਛੰਦ ਦੀ ਚਾਲ ਹੈ। ਇਸ ਚੀਜ਼ ਦਾ ਜ਼ਿਆਦਾਤਰ ਪਾਠੀ ਸਿੰਘਾਂ ਨੂੰ ਪਤਾ ਹੁੰਦਾ ਹੈ ਕਿ ਜਿਹੜੇ ਛੰਦ ਹੁੰਦੇ ਨੇ, ਛੰਦ ਦੇ ਵਿੱਚ ਇਸ ਪ੍ਰਕਾਰ ਦੀ ਚਾਲ ਹੈ। 6 ਪੌੜੀਆਂ ਦਾ ਵੀ ਹੁੰਦਾ ਹੈ, 8 ਦਾ ਵੀ ਹੁੰਦਾ ਛੰਦ। ਇਹ ਛੰਦ ਦੀ ਚਾਲ। ਸੋ ਦਾ ਭਾਵ ਹੈ ਉਹ ਉਸ ਅਕਾਲ ਪੁਰਖ ਦਾ ਜਸ ਕਥਨ ਕਰਦੇ ਹਨ ਮਹਾਰਾਜ। ਸੋ ਪੁਰਖ ਤੋਂ ਭਾਵ ਉਹ ਪਰਮਾਤਮਾ ਸਾਰੇ ਪੂਰਨ ਹੈ। ਸੋ ਪੁਰਖ ਆਪ ਵੀ ਸੱਚੇ ਪਾਤਸ਼ਾਹ ਹੁਣ ਬਚਨ ਕਰਦੇ ਨੇ। ਕਿਵੇਂ? ਪ੍ਰਾਰੰਭ ਸੋ ਪੁਰਖ ਤੋਂ ਹੀ ਕੀਤਾ ਹੈ ਸ਼ਬਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਸੋ ਇਸ ਪੰਕਤੀ 'ਚ ਮਹਾਰਾਜ ਨੇ ਸੋ ਪਦ ਇੱਕੋ ਹੀ ਹੈ, ਕਿਉਂਕਿ ਦੋਹਾਂ ਦਾ ਅਧਿਹਾਰ ਕਰਕੇ 3 ਸੋ ਪਦ ਇਸ ਤਰੀਕੇ ਨਾਲ ਕਰਨਾ ਹੈ। ਸੋ ਉਹ ਜੋ ਅਕਾਲ ਪੁਰਖ ਹੈ, ਇੱਕ ਦਾ ਵਾਚਕ ਵੀ ਹੈ। ਇਸ ਕਰਕੇ ਪੰਕਤੀ 'ਚ ਪੁਰਖ ਪਦ ਜਿਹੜੇ ਨੇ ਉਹ 2 ਵਾਰੀ ਹੈ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਇਸ ਤਰੀਕੇ ਨਾਲ ਇਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਹਿਮਾ ਕਥਨ ਕੀਤੀ। ਇਸ ਪੰਕਤੀ 'ਚ ਨਿਰੰਜਨ ਪਦ ਵੀ 2 ਵਾਰ ਆਇਆ, ਫਿਰ ਹਰ ਪਦ ਵੀ 2 ਵਾਰ ਆਇਆ ਹੈ। ਇਸ ਤਰੀਕੇ ਨਾਲ ਦੇਖਣਾ ਕਿੰਨੀ ਵਾਰੀ ਪੁਰਖ ਆਇਆ। ਨਿਰੰਜਨ 2 ਵਾਰੀ, ਪੁਰਖ 2 ਵਾਰੀ, ਔਰ ਹਰ ਅੱਖਰ ਵੀ 2 ਵਾਰੀ, ਅਗਮਾ ਅਗਮ 2 ਵਾਰੀ, ਪਾਰਾਵਾਰ ਤੋਂ ਰਹਿਤ ਜੋ ਅਕਾਲ ਪੁਰਖ ਵਾਹਿਗੁਰੂ ਹੈ। ਸੋ ਇਸ ਤਰ੍ਹਾਂ 3 ਪਦ ਜੋੜ ਕੇ ਸ਼ਰੀਤੀ ਨਾਲ ਅਰਥ ਕਰਨਾ। ਜਦੋਂ 2 ਵਾਰ ਲਿਖਿਆ ਹੋਵੇ ਤਾਂ 3 ਵਾਰ ਅਵਸ਼ ਹੋ ਜਾਂਦਾ ਹੈ। ਸੋ ਪੁਰਖ ਅਕਾਲ ਪੁਰਖ ਹਰੀ ਪੁਰਖ ਜੋ ਹੈ ਨਿਰੰਜਨ, ਥੋੜਾ ਜਿਹਾ ਕੱਸ ਕੇ ਬੋਲਣਾ ਨਿਰੰਜਨ। ਉਹ ਪਿੱਛੇ ਵੀ ਅਗੰਮ ਗਮਤਾ ਤੋਂ ਰਹਿਤ ਪਿੱਛੇ ਵੀ ਸੀ, ਉਹ ਹੁਣ ਵੀ ਹੈ, ਉਹ ਅੱਗੇ ਨੂੰ ਵੀ ਹੋਵੇਗਾ। ਪਾਰਾਵਾਰ ਤੋਂ ਰਹਿਤ ਪਰਮਾਤਮਾ। ਇਹਦੇ ਵਿੱਚ ਕੋਈ ਸ਼ੰਕਾ ਕਰੇ ਜੇ ਵਿਦਵਾਨ, ਸਧਾਰਨ ਬੰਦਾ ਇਸ ਤਰ੍ਹਾਂ ਦਾ ਸ਼ੰਕਾ ਨਹੀਂ ਕਰਦਾ। ਵਿਦਵਾਨ ਵੀ ਇੰਨਾ ਡੂੰਘਾ ਕਿ ਜਿਹੜੇ ਬਹੁਤੇ ਜ਼ਿਆਦਾ ਗੂੜ ਗਿਆਨ ਵਾਲੇ, ਵਿਆਕਰਨ ਆਦਿਕ ਤੋਂ ਵੀ ਗਾਹਾਂ, ਜਿਵੇਂ ਕੋਈ ਪੰਡਿਤ ਲੋਕ ਬਹੁਤ ਜ਼ਿਆਦਾ ਗਿਆਨਵਾਨ ਇਸ ਪਾਸੇ ਨੂੰ ਹੁੰਦੇ ਨੇ, ਉਹ ਕਹਿਣਗੇ ਇਹਦੇ 'ਚ ਅਤੀ ਵਿਆਪਤੀ ਤੇ ਗੌਰਵਤਾ ਆਦਿਕ ਦੋਸ਼ ਪ੍ਰਤੀਤ ਹੁੰਦੇ ਨੇ। ਵੀ ਸੋ ਪੁਰਖ ਨਿਰੰਜਨ ਇਤਨਾ ਹੀ ਰਹਿਣ ਦਿੰਦੇ, ਹਰ ਪੁਰਖ ਨਿਰੰਜਨ ਕਿਉਂ ਲਿਖਿਆ? ਹੁਣ ਕਹਿੰਦੇ ਵੀ ਜੇ ਪੁਰਖ ਨਿਰੰਜਨ ਹੀ ਰਹਿਣ ਦਿੰਦੇ ਤਾਂ ਨਿਰੰਜਨ ਪੁਰਖ ਮਹਾਤਮਾ ਦੇ ਵਿੱਚ ਘਟਦਾ ਅੱਖਰ ਨਿਰੰਜਨ ਪੁਰਖ। ਫਿਰ ਇਸ ਤਰ੍ਹਾਂ ਲੱਛਣ ਕੀਤਾ ਜਾਣਾ ਸੀ ਕਿ ਬ੍ਰਹਮ ਦਾ ਤੇ ਘਟ ਗਿਆ ਮਹਾਤਮਾ ਵਿਖੇ, ਇਸ ਲਈ ਅਸੀਂ ਹਰ ਪੁਰਖ ਨਿਰੰਜਨ ਕਿਹਾ। ਸਤਿਗੁਰੂ ਮਹਾਰਾਜ ਕਿਉਂਕਿ ਸਿਆਣਿਆਂ ਦੇ ਵੀ ਸਿਆਣੇ ਨੇ। ਜਦੋਂ ਮਹਾਰਾਜ ਜੀ ਕੋਈ ਚੀਜ਼ ਉਚਾਰਨ ਕਰਦੇ ਨੇ ਤਾਂ ਉਹ, ਕਿਉਂਕਿ ਸਤਿਗੁਰੂ ਤਾਂ ਭੁੱਲਣਹਾਰ ਨਹੀਂ ਨਾ ਹਨ, ਮਨੁੱਖ ਭੁੱਲ ਜਾਂਦਾ। ਸਤਿਗੁਰੂ ਇਸ ਢੰਗ ਨਾਲ ਲਿਖਦੇ ਨੇ ਕਿ ਕਿਸੇ ਬੰਦੇ ਨੂੰ ਵਿੱਚ ਊਣਤਾ ਹੀ ਦੇਖਣ ਦਾ ਮੌਕਾ ਹੀ ਨਾ ਮਿਲੇ, ਕਿਉਂਕਿ ਸਤਿਗੁਰੂ ਪੂਰਨ ਨੇ। ਸੋ ਇਸ ਕਰਕੇ ਕਹਿੰਦੇ ਜੇ ਇਕੱਲਾ ਪੁਰਖ ਨਿਰੰਜਨ ਹੀ ਰਹਿਣ ਦਿੰਦੇ, ਨਿਰੰਜਨ ਪੁਰਖ ਤਾਂ ਮਹਾਤਮਾ 'ਚ ਹੀ ਘਟ ਜਾਂਦਾ। ਅਸੀਂ ਤਾਂ ਲੱਛਣ ਕੀਤਾ ਸੀ ਬ੍ਰਹਮ ਦਾ ਤੇ ਘਟ ਗਿਆ ਮਹਾਤਮਾ ਦੇ ਉੱਤੇ, ਇਸ ਲਈ ਅਸੀਂ ਕਹਿੰਦੇ ਹਰ ਪੁਰਖ ਨਿਰੰਜਨ ਕਿਹਾ। ਕਹਿੰਦੇ ਹਰ ਪੁਰਖ ਨਿਰੰਜਨ ਹੀ ਰਹਿਣ ਦਿੰਦੇ, ਹਰ ਆਗਮਾ ਕਿਉਂ ਕਿਹਾ? ਇਹ ਵੀ ਸਾਨੂੰ ਕਿਰਪਾ ਕਰਕੇ ਸਮਝਾਓ।
महाराज कहन लगे हर पुरख निरंजन तां श्री रामचंद्र जी का नाम है, तुहानूं पता कहंदे। इस लिए असीं हर अगमा कहा कि वह हरि डर तो रहत है, क्योंकि जिस वेले रामचंद्र जी बनवास होए सी तां लक्ष्मण धन कमान लैके खड़ा रहिंदा सी पहरे ते, पर परमात्मा नूं किसी पहरे की लोड़ नहीं पैंदी, ये भी तुहानूं पता होना चाहिए। इस करके परमात्मा लई अगम अखर वरत्या। फिर बेनती की हर आगमा इतना ही पद रहन दिंदे, आगमा पारा क्यों कहा? कहने हर आगमा पद हरनाक्ष च घटदा, क्योंकि हरनाक्ष डर तो रहत हो गया, जिन्हें विष्णुपुरी जाके विष्णु भजा के अपना नाम जपाया, जले हरनाक्ष थले हरनाक्ष। सो इस तरह है पी हरनाक्ष होसी भी हरनाक्ष, उन्हें तो अपना ही जाप कराता सी। इस वास्ते कहने असीं अगम अपारा पद कहा। वो परमेश्वर जो आगम शास्त्रां करके अपारा बेअंत है। हुण हरनाक्ष च ये चीज़ नहीं घटदी, क्योंकि उहदे जस नूं शास्त्र कोई नहीं कथन करदा। इस करके सतगुरु कहने असीं इस तरह दे अखर वरते ने। इहनूं एक अखर नूं दोबारा फिर दोबारा वरतन नूं इहनूं कहंदे ने बीपसा अलंकार। बीपसा अलंकार दे शब्द महाराज ने कई वारी वरते ने। इन्हां चीज़ां दी हुण घाट पई होई विद्वानां च, छड्ड छुੱਟ गए सारियां गल्लां। कहने की लोड़ है संगत नूं तां आपां एवें गल्लां गुल्लां च इधरले उधरले साखियां च उलझा के माड़ा मोटा प्रचार जी करना हुंदा। गल तां पैसिਆਂ ਦੀ पैसे मिल ही जांदे। इस करके जे दिमाग दा अपना जोर लाउण दा तां कोई फायदा ही नहीं। पर ये जे सतगुरु ने चीज़ां लिखियां उन्हां दी विचार जरूरी है। जे विदवता इस तरह की घटदी गई फिर वो म्यार भी घट जाएगा साडी विद्या दा, साडे ज्ञान दा। इस करके कल नूं कोई भी सानू किसी तरह का कोई भी आ करके गल करे तो सानू ज्ञान होना चाहिए। सब ध्याव है तुध जी हर सच्चे सिरजनहारा। ये एक नूं दोबारा बोलना, इनू बीपसा अलंकार कहा। बीपसा अलंकार हुंदा दोबारा फिर बोलना। ये आनंद साहब दे विच भी जां कई थाई होर भी आया। कहते हे सब दे सिरजन वाले वाहिगुरू सच्चे हरि परमात्मा। सारे पुरुष आप नूं ध्याउंदे ने, सारे पुरुष आप जी नूं ध्याउंदे ने। पिछे भी ध्याउंदे सी, हुण भी ध्याउंदे ने। हुण भी सारे पुरुष आप नूं ध्याउंदे ने, अगे भी सारे पुरुष तुहानूं ही ध्याउणगे। मन करके भी सारे ध्याउंदे ने, बाणी करके भी ध्याउंदे ने, शरीर करके भी ध्याउंदे ने। इस करके देखना पैंदा दो बारी क्यों लिखिया, तीन बारी क्यों लिखिया, फिर उसदा मतलब हुंदा कुछ। जे दो बार भी लिखिया होवे तां भी तीन बार जान लईदा, क्योंकि जदों पढ़ाई नूं पढ़न तो पहलां इहदे उत्ते एक होर पढ़ाई पढ़नी पैंदी है कि ये अखर की वरतों किवें किवें हुंदी, कित्थे कित्थे की लाउणा। जो छोटे ग्रंथ पहलां पढ़ी तो उन्हां 'च लिखिया हुंदा जह एक की गिनती आवै तह अनेक अवश्य रहावै। जिथे एक ग्रुप है काम क्रोध लोभ मोह हंकार दा, जिथे महाराज ने काम क्रोध लिखता उत्थे भी पंजे ही आउणे, जिथे काम लिखता उत्थे ही पंजे ही आउणे, जिथे हंकार लिखता उत्थे ही पंजे ही आउणे आ। एक लिख के भी पंजां नूं दिखाउंदे ने, दो लिख के भी पंजां नूं दिखाउंदे ने, पंज लिख के भी कई बार। जिन्नी क पंक्ति च लिखण दी थां उस इशारे मात्र भी हुंदा, सारा भी हुंदा। सो इस करके सारिਆਂ ने तुहानूं ध्याया है। सब जी तुम्हारे जी तू जियां का दातारा। ये महाराज सारे जीव आप दे दास ने, तुसी सारिਆਂ दे दाते हो। जी बिहारी लगी जज्जे नूं ऐड़ा मुक्ता सब जी तुम्हारे जी। दूजा जज्जा कल्ला ही है। तू जियां का दातारा। बहुत विस्तार नाल बाणी दी संथ्या पहलां करन तो बाद बड़ियां चीज़ां हुंदियां बरीकी दी। हर कोई कहना मैं संथ्या कर भी लई, भावें संथ्या कर भी लई होवे तां भी बहुत गलतियां हुंदियां फिर भी, क्योंकि संथ्या तो बाद जद कथा सीखते हैं तां पता लगदा, फिर बहुत गलतियां निकलदियां। कथा विच असल संथ्या हुंदी जाके फिर, क्योंकि उदों अर्थां दा जीव नूं ज्ञान हो जांदा, जदों फिर पता लगदा कि ये अखर नूं किवें बोलना, आ अखर दा भाव की है। पाठी ने संथ्या वो करनी जिहड़ी सिੱਖੀ है, कथावाचक ने संथ्या वो कराउणी जिहड़ी अर्थां दे हिसाब नाल हुंदी। इसे करके आपस में थोड़ा जिहा दोनों का कई बार हो जाता कि आ मैं सिੱਖਿਆ।
ਸੋ ਕਿਸੇ ਨੇ ਕਿਤੋਂ ਸਿੱਖਿਆ, ਕਿਸੇ ਨੇ ਕਿਤੋਂ ਸਿੱਖਿਆ, ਪਰ ਰਹੁ ਵਿਚਾਰ ਇਹ ਗੱਲ ਨੂੰ ਇੱਥੇ ਛੱਡ ਦਈਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਉਹ ਸਾਰੇ ਜੀਆਂ ਦਾ ਦਾਤਾ ਹੈ। ਕਿਵੇਂ ਦਾਤਾ ਜੀ? ਕਹਿੰਦੇ ਸਹਿਜੇ ਸਹਿਜ ਖਿਲਾਇਂਦਾ, ਨਹੀਂ ਕਰਦਾ ਆਲਕ। ਜਿਵੇਂ ਮਾਂ ਬੱਚੇ ਨੂੰ ਖਿਲਾਉਂਦੀ ਰਹਿੰਦੀ ਵੇ, ਇਹ ਨਹੀਂ ਕਹਿੰਦੀ ਹੁਣ ਮੇਰੇ ਗਾਲੀ ਪੈ ਗਿਆ ਹੈ, 24 ਘੰਟੇ ਹੀ ਗੋਦੀ ਚੁੱਕੀ ਰੱਖਦੀ, ਨਿੱਕੇ ਜਿਹੇ ਨਿਆਣੇ ਨੂੰ ਸੰਭਾਲਦੀ ਕਰਦੀ, ਬਸ ਮਾਂ ਨੂੰ ਆਹਰੀ ਇਹ ਮੇਰਾ ਪੁੱਤ, ਮੇਰਾ ਬੱਚਾ। ਮਾਂ ਕਦੇ ਵੀ ਨਹੀਂ ਅਲਕਤ ਮੰਨਦੀ ਵੀ ਕਿੱਥੋਂ ਗਲ ਪੈ ਗਿਆ। ਪਰਮਾਤਮਾ ਨੇ ਵੀ ਸਾਨੂੰ ਪੈਦਾ ਕੀਤਾ, ਸਹਿਜੇ ਸਹਿਜ ਸਾਨੂੰ ਖਿਲਾਉਂਦੇ ਨੇ। ਕਦੇ ਅਨੇਕਾਂ ਗਲਤੀਆਂ ਦਿਹਾੜੀ ਦੀਆਂ ਹੁੰਦੀਆਂ, ਰਾਤ ਨੂੰ ਗਲਤੀਆਂ, ਦਿਨੇ ਗਲਤੀਆਂ, 100 ਉਲਾਮੇ ਦਿਨੇ ਕਿ ਰਾਤੀ ਮਿਲਣ ਸਹੰਸ। ਇਸ ਕਰਕੇ ਸਾਡੇ ਤੇ ਉਲਾਮੇ ਬਥੇਰੇ ਜਾਂਦੇ ਰੱਬ ਨੂੰ ਵੀ ਇਹ ਬੰਦੇ ਤੇਰੇ ਕਹੇ ਜੇ ਨੇ। ਫਿਰ ਵੀ ਉਹ ਪਰਮਾਤਮਾ ਕਹਿੰਦੇ ਚੱਲ ਕੋਈ ਨਹੀਂ, ਨਿਆਣੇ ਇਹਦੇ ਕਿਹੜਾ ਵੱਸ ਹੈ ਵਿਚਾਰੇ ਦੇ, ਜਿਹਾ ਜਿਹਾ ਲੇਖ ਲਿਖਿਆ ਇਹਨੇ ਹਜੇ ਕਰਨਾ। ਔਗਣ ਕੋ ਨਾ ਚਿਤਾਰਦਾ, ਗੱਲ ਸੇਤੀ ਲਾਇਕ, ਮੋਹਿ ਮੰਗਾ ਸੋਈ ਦੇਵਦਾ, ਹਰ ਪਿਤਾ ਸੁਖਦਾਇਕ। ਕੋਈ ਸਾਡੇ ਔਗਣ ਨਹੀਂ ਚਿਤਾਰਦੇ, ਗੱਲ ਨਾਲ ਲਾਉਂਦੇ ਨੇ, ਜੋ ਮੂੰਹ ਚੋਂ ਮੰਗਦੇ ਦਿੰਦੇ ਨੇ। ਜਦ ਬਹੁਤ ਵਿਗੜ ਜਾਂਦਾ ਕੰਮ ਤਾਂ ਕਿਤੇ ਪਿਤਾ ਨੂੰ ਗੁੱਸਾ ਆਉਂਦਾ ਫਿਰ ਇਸ ਗੱਲ ਦਾ ਵੀ ਸਭ ਕੁਝ ਖਾਈ ਪੀ ਜਾਂਦੇ ਨੇ, ਮੇਰਾ ਨਾਂ ਹੀ ਨਹੀਂ ਲੈਂਦੇ। ਫਿਰ ਕਦੇ ਕਦੇ ਐਸਾ ਵੀ ਮਨ 'ਚ ਆ ਜਾਂਦਾ ਹੈ, ਪਿਤਾ ਰੂਪ ਹੋਣ ਕਰਕੇ, ਮਾਤਾ ਰੂਪ ਹੋਣ ਕਰਕੇ ਔਗਣ ਨਹੀਂ ਚਿਤਾਰਦੇ ਸਾਡੇ। ਤਾਂ ਸਤਿਗੁਰੂ ਮਹਾਰਾਜ ਚੌਥੇ ਪਾਤਸ਼ਾਹ ਕਹਿੰਦੇ ਵੀ ਗੁਰਮੁਖੋ ਧਿਆਇਆ ਕਰੋ ਉਹਨੂੰ, ਹਰ ਧਿਆਵੋ ਸੰਤ ਹੋ ਜੀ, ਸਭ ਦੁੱਖ ਵਿਸਾਰਨ ਹਾਰਾ। ਗੁਰਮੁਖੋ ਪਿਆਰਿਓ ਸਾਧ ਸੰਗਤ, ਵਾਹਿਗੁਰੂ ਵਾਹਿਗੁਰੂ ਧਿਆਇਆ ਕਰੋ। ਕਹਿੰਦੇ ਕਿਵੇਂ ਧਿਆਈਏ ਜੀ? ਕਹਿੰਦੇ ਸੰਤਾਂ ਮਹਾਤਮਾ ਨਾਲ ਮਿਲ ਕੇ ਜਾਂ ਗੁਰਮੁਖ ਪਿਆਰਿਆਂ ਨਾਲ ਮਿਲ ਕੇ, ਨਾਮ ਜਪਣ ਵਾਲੇ ਨੇ। ਕਹਿੰਦੇ ਜੀ ਨਾ ਤਾਂ ਕੋਈ ਗੁਰਮੁਖ ਪਿਆਰਾ ਦੀਦਾ ਮਿਲਿਆ ਨਹੀਂ ਕੋਈ, ਨਾ ਸੰਤ ਮਹਾਤਮਾ ਹੁਣ ਕੋਈ ਪੂਰਨ ਦੀਂਦਾ। ਜੇ ਐਸਾ ਕੋਈ ਕਹੇ, ਕਹਿੰਦੇ ਫਿਰ ਗੁਰੂ ਗ੍ਰੰਥ ਸਾਹਿਬ ਤਾਂ ਹੈਗੇ, ਫਿਰ ਇਹਨਾਂ ਦੇ ਕੋਲ ਬਹਿ ਕੇ ਧਿਆਇਆ ਕਰੋ, ਬਹਾਨੇਬਾਜ਼ੀ ਨਾ ਕਰੋ ਕਿ ਕਿਹਦੇ ਨਾਲ ਮਿਲ ਕੇ ਧਿਆਈਏ। ਨਿਰੰਕਾਰ ਜਾਗ ਦੀ ਜੋਤ ਗੁਰੂ ਗ੍ਰੰਥ ਸਾਹਿਬ ਜਾਣ ਕੇ ਇਹਨਾਂ ਨੂੰ ਧਿਆਉਣਾ ਹੈ, ਕੋਲ ਬਹਿ ਕੇ ਧਿਆਓ। ਜਿਹੜੀ ਬਾਣੀ ਪੜ੍ਹਨੀ ਹੈ ਇਹ ਗੁਰੂ ਗ੍ਰੰਥ ਸਾਹਿਬ ਨਾਲ ਮਿਲ ਕੇ ਹੀ ਜਪਣਾ ਹੁੰਦਾ। ਕੋਈ ਪੰਕਤੀ ਐਸੀ ਨਹੀਂ ਜਿਹਦੇ ਨਾਲ ਨਾਮ ਨਾ ਜਪਿਆ ਜਾ ਸਕੇ। ਜਿਵੇਂ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਨਾਮ ਜਪਾਉਣੇ ਨਾਲ, ਗੁਰਬਾਣੀ ਦੀ ਕੋਈ ਤੁਕ ਪੜ੍ਹ ਕੇ ਵੀ ਵਾਹਿਗੁਰੂ ਕਹਿ ਦਿਓ, ਨਾਲ ਹੀ ਜੁੜ ਜਾਣੀ ਹੈ। ਕਹਿੰਦੇ ਜੋ ਵਾਹਿਗੁਰੂ ਸਾਰਿਆਂ ਦੁੱਖਾਂ ਦੇ ਵਿਸਾਰਨ ਵਾਲਾ, ਦੂਰ ਕਰਨ ਵਾਲਾ ਹੈ, ਉਹ ਵਾਹਿਗੁਰੂ ਦੇ ਨਾਮ ਨੂੰ ਧਿਆਓ ਭਾਈ ਸਾਰੇ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਵਾਹਿਗੁਰੂ ਕਹਿੰਦੇ ਨੇ ਬਈ ਸੱਚਮੁੱਚ ਵਾਹਿਗੁਰੂ ਆਪ ਹੀ ਸਾਰਿਆਂ ਦਾ ਸੁਆਮੀ ਮਾਲਕ ਹੈ। ਫਿਰ ਕਹਿੰਦੇ ਨੇ ਬਈ ਸਾਰਿਆਂ ਦਾ ਮਾਲਕ ਆਪ ਹੀ ਹੈ ਅਤੇ ਆਪ ਹੀ ਸੇਵਕ। ਮਹਾਰਾਜ ਕਥਨ ਕਰਦੇ ਨੇ ਵਿਚਾਰਾ ਜੀ ਕੀ ਚੀਜ਼ ਹੈ, ਭਾਵ ਤੁੱਛ ਵੀ ਨਹੀਂ। ਜੀਵ ਦੀ ਹਸਤੀ ਕੀ ਹੈ ਜੋ ਉਹਦੇ ਸਾਰੇ ਗੁਣ ਕਹਿ ਸਕੇ। ਕਿਆ ਨਾਨਕ ਜੰਤ ਵਿਚਾਰਾ, ਆਪੇ ਹੀ ਠਾਕੁਰ ਆ, ਆਪੇ ਹੀ ਸੇਵਕ ਹੈ। ਕਿਉਂਕਿ ਠਾਕੁਰ ਵੀ ਉਸੇ ਜੋਤ ਵਿੱਚ ਹੈ ਅਤੇ ਸੇਵਕ ਵਿੱਚ ਵੀ ਉਹੀ ਜੋਤ ਹੈ। ਇੱਕ ਤਾਂ ਇਹ ਗੱਲ ਹੋ ਗਈ ਸਾਰਿਆਂ 'ਚ। ਇੱਕ ਗੁਰਾਂ ਦੀਆਂ ਗੁਪਤ ਚੀਜ਼ਾਂ ਨੇ। ਸਤਿਗੁਰੂ ਮਹਾਰਾਜ ਜਿੱਥੇ ਸਤਿਗੁਰੂ ਨੇ, ਉੱਥੇ ਗੁਰੂ ਅੰਗਦ ਦੇਵ ਮਹਾਰਾਜ ਦੇ ਰੂਪ ਵਿੱਚ ਇੱਕ ਉੱਚ ਕੋਟੀ ਦੇ ਸਭ ਤੋਂ ਉੱਚੇ ਸਿੱਖ ਵੀ ਨੇ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬਾਕੀ ਸਾਰੇ ਸਰੂਪ ਜਿਹੜੇ ਨੇ, ਉਹ ਜਿੱਥੇ ਗੁਰੂ ਨੇ ਉੱਥੇ ਸਿੱਖ ਵੀ ਬਣ ਕੇ ਦਿਖਾਉਂਦੇ ਨੇ। ਜਿੱਥੇ ਸਤਿਗੁਰੂ ਨੇ ਸਾਨੂੰ ਸੇਵਾ ਨੂੰ ਕਿਹਾ, ਇਕੱਲੇ ਸਾਨੂੰ ਨਹੀਂ ਕਿਹਾ, ਆਪ ਵੀ ਸੇਵਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਪਾਂ ਨੂੰ ਮਹਾਰਾਜ ਬਹੁਤ ਵੱਡੇ ਆ, ਪਰ ਜਿੰਨੇ ਮਹਾਰਾਜ ਵੱਡੇ ਨੇ ਉਨੇ ਹੀ ਸੱਚੇ ਪਾਤਸ਼ਾਹ ਨਿਮਰਤਾ ਵਾਲੇ ਨੇ। ਜੇ ਉਹਦੇ ਬਾਰੇ ਵਿਚਾਰ ਕੇ ਦੇਖੀਏ ਕਿ ਉਹ ਪ੍ਰਮਾਤਮਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ, ਜੇ ਤੁਹਾਡੇ ਕੋਲ ਆ ਕੇ ਬਹਿ ਜੇ ਤੇ ਤੁਹਾਨੂੰ ਇਉਂ ਪ੍ਰਤੀਤ ਹੋਊਗਾ ਵੀ ਇਹ ਮੇਰਾ ਹੀ ਹੈ। ਉਹ ਤੁਹਾਡੀ ਹੀ ਸੇਵਾ ਕਰਨ ਲੱਗ ਜਾਂਦਾ ਆ ਕੇ। ਪ੍ਰਮਾਤਮਾ ਨੂੰ ਇਹ ਨਹੀਂ ਹੈ ਵੀ ਮੈਂ ਵੱਡਾ। ਉਹ ਤਾਂ ਜੇ ਦੇਖੇ ਮੇਰਾ ਸਿੱਖ ਬੈਠਾ, ਸਿੱਖ ਨੂੰ ਪਾਣੀ ਦਾ ਗਲਾਸ ਵੀ ਫੜਾਉਣ ਲੱਗ ਜਾਂਦਾ, ਪ੍ਰਸ਼ਾਦਾ ਵੀ ਵਰਤਾਉਣ ਲੱਗ ਜਾਂਦਾ ਸੰਗਤ 'ਚ ਆ ਕੇ। ਗੁਪਤ ਰੂਪ 'ਚ ਆਪੇ ਹੀ ਸੇਵਾ ਕਰੀ ਜਾਂਦਾ।
क्योंकि ਉਹਦਾ ਆਪਣਾ है सारा संसार, अपना घर, अपनी संगत है ਉਹਦੀ। सतगुरु जी तो हुण भी गुरु ग्रंथ साहिब की आप सेवा करते हैं, प्रकाश भी आप करते हैं, सुखासन भी आप करते हैं, क्योंकि वो तो जिम्मेवार ने, अपनी तो कोई जिम्मेवारी ना है। जब आनंद साहब का पाठ होंदा किसी थां संगत उठ के चली जाती सारी, ग्रंथी रह गया, 10 बंदे रह गए, होर 5-4, सुखासन किहने करना। महाराज कहते मैं तो मत्था टेकिया हजूर साहब, मैं गुरु मन्निया गुरु ग्रंथ साहिब जी नूं, मैं तो सुखासन करूंगा ना। सतगुरु सुखासन वेले आप हाजिर हो जाते, शहीद सिंह आप खड़ जाते आके, उन्हां नूं तां पता ना गुरु ग्रंथ साहिब कौन, आपां नूं तां पता ही नहीं कौन ने। भज जाते सारे जाने महाराज की हजूरी चों हर वक्त। कित्थे चले बई? कहंदे रोजी रोटी नहीं कमाउणी, रोजी दे मालक नूं छड्ड के रोजी रोटी कमाउण दी बंदे नूं भज दौड़ पई होई है। जे सतगुरु चाहण, जे गुरां दी सेवा करिए, सतगुरु सब कुछ आपे ही दे दिंदे आ। सो इस करके जे हाजर नाजर जान के, जागदी जोत जान के, किते भी घरां विच भी जिथे किते प्रकाश है, गुरु घरां विच भी प्रकाश है, वो भावना रख के जे सेवा करिए भी निरंकार परमात्मा मिल गया, मैनूं ਲੱਭਣ ਜਾਣ ਦੀ ਲੋੜ नहीं है परमात्मा ਨੂੰ। इस करके सतगुरु महाराज सच्चे पातशाह कहते ने, तू घट घट अंतर सर्ब निरंतर जी, हर एको पुरख समाना। ये वाहिगुरु जी एक तू ही पुरख है जो सारियां घटां दे अंदर, दिलां दिलां दे विच, हर थां दे घटां विच ते घाटां विच, पहाड़ियां विच ते समुद्रां विच, जले हैं थले हैं, अपीत हैं अपेय हैं, प्रभु है अजू हैं, आदेश हैं अपेश हैं, जले हरि थले हरि, उबे हरि नबे हरि। सारियां थावां ते जलस तुही, थलस तुही, नदिस तुही, नदस तुही, तुही 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 तुही। महाराज कहने तू ही है सारियां थावां ते। सारियां घटां दे अंदर निरंतर हुंदा एक रस लगातार समाउण वाला, कदे घटदी नहीं जोत तेरी। दुनिया नहीं सी तां जोत उसे तरह ही सी, दुनिया बन गई तां जोत उसे तरह ही है, दुनिया खत्म हो जाएगी तां जोत उसे तरह ही रहेगी। वो जोत नहीं घटदी वधदी। इहदे च कई बार दुनिया बनी, कई बार आई, कई बार गई। एक दाते एक पेखारी जी, सब तेरे चोज विडाणा। हे वाहिगुरु जी, एक तो दाते बनाए ने तुसीं, एक भेखारी भब्बे नूं लां लगी हुई है। एक भेखारी भब्बे दी लां नाल हुंदे ने, एक सिहारी भी लग जाती है, सो भिखारी भी लिखिया हुंदा। इस करके एक भेखारी हुंदा, मंगते बनाया, अर्थ उही है। ये सारे तुहाडे आश्चर्य कौतक ने कि एक बंदा दाता बनाता, उन्होंने ज्यादा पैसे ज्यादा समान देता, तू वंडी जा। एक नूं मंगता बनाता, तेरे पल्ले कख नहीं। एक वो बनाते तुसीं जिन्हां नूं बहुत पैसा दिता, वो सूम जे बनाते, वो किसी नूं दिंदे ही नहीं। पैसा दब के ही चढ़ाई कर जाते ने, बाद च ही मिलदा। ये भी सारे तेरे कौतक ने। तेरे चोज ना जाना कोई, तू पूरा पुरख विधाता। तू आपे दाता आपे भुगता जी, हौं तुध बिन अवर ना जाना। हे वाहिगुरू जी, तुसीं आप ही दाते हो, आप ही पदार्थां दे भोगण वाले हो। तेरे तो बिना मैं होर तो किसी नूं जाणदा ही नहीं। अवस्था, ये अवस्था दी पंक्ति है। जदों सारियां विच जोत दिखण लग जांदी, सारियां विच परमात्मा दिखण लग जांदे ने, जदों ये अवस्था जी एक बन जाती है, दूजा नज़र ही नहीं आउंदा कोई। ये ਸਿੰਘਾਂ ਦੀ अवस्था कई थाई बनी देखी आ। इत्थों एक ਸਿੰਘ जिवें गया सी मिलना, वो कहंदा ऐसी अवस्था बन गई, मैनूं सारियां च ही दिखदी जोत। कहंदा हुण की करां? मैं कहा वो जे काम करना वो तो करना ही पैना। टैक्सी चलाउंदा, कहंदा कालियां च भी, गोरियां च भी, सारियां सिखां च भी, पशुआं च भी, पंछियां च भी। कहंदा जदों आउंदा, कहंदा मैनूं दिखदी हुंदी आ जोत, इहदे च भी है, इहदे च भी है। कहना मैं हुण पैसे की तो लवां, सारियां च तो आप बैठा, पर रोजी रोटी वास्ते करना पैंदा। सो इस करके जदों ये अवस्था बन जाती, मन की एक स्टेज बन जाती, जदों अंदरली अवस्था खुलती है, कोई दूजा नज़र नहीं आउंदा, सारियां विच वो आप ही बैठा नज़र आउंदा।
आप ही दाता है, आप ही पदार्थां दे खाण वाला बनिया बैठा है। तू पार ब्रह्म बेअंत जी, तेरे क्या गुण आख बखाना। वावे नूं बोलना सी वखाणा, तो इस करके तेरे क्या गुण आख वखाणा। ये पार ब्रह्म परमेश्वर दी तुसी बेअंत हो जी, बेअंत हो, पिछे भी हुण भी अगे नूं भी बेअंत ही होना, मन बाणी शरीर करके बेअंत हो। हे वाहिगुरू जी, तुसी बेअंत हो ते तुहाडे गुण भी बेअंती ने, बेअंती ने। हे बेअंत गुणां वाले वाहिगुरू, तेरे विखे जिहड़े बेअंत गुण ने, इन्हां दा वर्णन मैं की कर सकदा, इन्हां दा वर्णन किद्दां कर सकदा, क्योंकि जिहड़े बेअंत गुण ने उन्हां दा तुसीं ही वर्णन कर सकदे हो। महाराज जी बचन करदे ने आप ही पहले पातशाह मारू राग च, ईश्वर ब्रह्मा देवी देवा, इंद्र तपे मुन तेरी सेवा, जति सती केते बनवासी, अंत न कोई पाएंदा। ये जदों प्रवेश करते हैं उदों पता लगता। समुद्र के किनारे खड़ के कोई न्याणा कहे लै मैं समुद्र नूं हां हुणे पार कर जावां, मैं दा हुणे कर लवां, वो फौड़ फड़का ही हुंदा। एवें न्याणे नूं की पता किड्डा वड्डा, ਉਹਦੇ ਭਾਣੇ ਤਾਂ ਜਿੱਥੇ तक ਉਹ हदबंदी जिन्नी दी है ਉੱਥੇ तक ही। पर जे किते गलती ना समुद्र च वड़ जे कोई, फिर पता लगता ये तो बहुत वड्डा है, तो पिछे नहीं मुड़ना पैंदा। इस करके परमात्मा के गुणां दा कोई अंत नहीं है। जे कोई कहे मैं अंत पा लवांगा, बेअंत बेअंत कह के पिछा छड़ाउंदा। जो सेवा है तुद जी, जान नानक तिन कुर्बाना। ये महाराज सच्चे पातशाह जो आप जी सेवा करते ने, जो आप जी सेवा करते ने, मैं उन्हां तो कुर्बान जाना। किन्नी वड्डी उन्हां दी किस्मत है जिहड़े आप दी सेवा करते ने, किन्ने भागां वाले ने वो जिहड़े पिछे भी सेवा कीती, जिन्हां ने हुण भी करदे, अगे नूं करनगे, मन बाणी शरीर करके करदे सेवा। ये वाहिगुरू जिहड़े तेरी सेवा करदे, मैं कुर्बान जावां उन्हां तो। प्रकाश करना, सारा दिन सेवा करनी, चौर करना, सुखासन करना, फिर सेवा हुंदा सिमरन करना, कीर्तन करना, कथा करनी। इस तरह महाराज सच्चे पातशाह की सेवा, दुनिया की सेवा तो बथेरे लगे, न्याणे पाल ले, घर के कामां की सेवा कर ली जी, घर की सेवा, उहदी सेवा, आदी सेवा। महाराज कहने मनुख की सेवा किन्ना की दोगे मनुख की सेवा। ठीक है, एक फर्ज है, पर इत्थे तक सीमित नहीं कि मनुख कल्ले दी मैं सेवा कर ली। मां बाप की सेवा तो साडा फर्ज ही है, पर सतगुरु कहने जिन्हें तुहाडे माता पिता का भी परलोक सवारना, तुहाडा भी सवारना, तुहाडे बच्चों का भी सवारना, वो बापू सब तो बड़ा। हर जी माता, हर जी पिता, ओदी सेवा किने करनी है, ओदी सेवा की करिए जी। महाराज कहने वो शब्द रूप है, शब्द की सेवा शब्द नाल। सो जिवें आपां किसे देखिए गुरु घर च कोई सेवा, हुण जिहड़े बंदे नूं कुछ भी नहीं आउंदा उहनूं कहे तूं लंगर वरता शाबाश। हुण एक बंदा ਉਹਨੂੰ बिजली का काम आउंदा, तूं भी आ सारी बिजली दी तारां ठीक करनियां। एक बंदे नूं माइक ठीक करन आउंदे ने, किसी नूं आह काम आउंदा, जिहा जिहा किसी नूं काम आउंदा उहा जिहा करी जांदा। जे कोई रागी सिंह आ गए, आओ जी भाई साहब तुसीं स्टेज ते कीर्तन करो जी, शब्द की सेवा करो जी। पाठी सिंह तो पाठ कराउने आ। ये अलग अलग सेवावां। महाराज असीं फिर उहदी सेवा किवें करिए? कहंदे वो शब्द रूप है, उहदी सेवा शब्द नाल करो। वाहिगुरू 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 वाहिगुरू, यही उहदी सेवा। बाणी पढ़नी उहदी सेवा। नहीं ना पता इन्हां गल्लां दा कि बाणी पढ़नी किवें सेवा होई, क्योंकि सतगुरु बाणी पढ़न ते बहुत खुश हुंदे ने, बहुत कुछ हुंदा है। इन्ना कुछ भी साडा दिमाग इन्ना समझा भी नहीं सकदा, हुंदा बहुत कुछ है। ताइयों महाराज कहंदे नानक कतना करड़ा सार, बहुत कुछ हो जाता बाणी दे पढ़न नाल। तो इस करके सतगुरु कहने गुरबाणी दे राही सेवा करो, सिमरन दे नाल सेवा करो, मूल मंत्र दा अभ्यास करी जाओ।